ਕਾਲਾ ਕਾਨੂੰਨ। ਤਿੰਨ ਖੇਤੀ ਆਰਡੀਨੈਂਸ ਆਏ। ਆਰਡੀਨੈਂਸ ਬਿੱਲ ਦੇ ਤੌਰ ਤੇ ਸੰਸਦ 'ਚ ਪਾਸ ਵੀ ਹੋਏ, ਰਾਜ ਸਭਾ 'ਚ ਵੀ ਪਾਸ ਹੋਏ ਤੇ ਹੁਣ ਕਾਨੂੰਨ ਦੀ ਸ਼ਕਲ ਲੈ ਚੁੱਕੇ ਆ। ਸਾਡੇ ਨਾਲ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਸੁਖਪ੍ਰੀਤ ਸਿੰਘ ਜੀ ਉਦੋਕੇ ਹੈ, ਜਿਨ੍ਹਾਂ ਨੂੰ ਜਾਣਕਾਰੀ ਇਹਨਾਂ ਬਿੱਲਾਂ ਦੇ ਵਾਸਤੇ, ਇਹਨਾਂ ਬਿੱਲਾਂ ਦੀ ਪੂਰੀ ਜਾਣਕਾਰੀ ਅਸੀਂ ਵੀ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਰ, ਕਾਨੂੰਨ ਬਣ ਗਏ ਹੈ ਕਿ ਕੋਈ ਇਸ ਵਿੱਚ ਇਸ ਤੋਂ ਅੱਗੇ ਹੱਲ ਦਿਖਦਾ ਹੈ ਕਿ ਕਿਸਾਨ ਦੇ ਹੱਕ 'ਚ ਅਮੈਂਡਮੈਂਟ ਹੋ ਸਕਦੀ ਹੈ? ਜੇ ਰੱਦ ਨਹੀਂ ਹੋ ਸਕਦੇ? ਬਿਲਕੁਲ ਜੀ, ਅਮੈਂਡਮੈਂਟ ਹੋ ਸਕਦੀਆਂ ਨੇ। ਆਲਰੇਡੀ ਇਹਨਾਂ ਹੀ ਤਿੰਨਾਂ ਕਾਨੂੰਨਾਂ ਦੇ ਵਿੱਚ ਇੱਕ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਹੈ, ਉਹ ਆਲਰੇਡੀ ਅਮੈਂਡਮੈਂਟ ਹੈ, ਉਹ ਕੋਈ ਨਵਾਂ ਕਾਨੂੰਨ ਨਹੀਂ ਹੈ। ਉਹ ਪਹਿਲੇ ਭੰਡਾਰ ਕਰਨ ਦੀ ਜਿਹੜੀ ਲਿਮਿਟ ਸੀ ਉਹਨੂੰ ਖਤਮ ਕਰਕੇ ਆਲਰੇਡੀ ਅਮੈਂਡਮੈਂਟ ਕੀਤੀ ਗਈ ਹੈ। ਸੋ ਇਹ ਕਹਿਣਾ ਕਿ ਇਹਨਾਂ ਬਿੱਲਾਂ ਦੇ ਵਿੱਚ ਅਮੈਂਡਮੈਂਟ ਨਹੀਂ ਹੋ ਸਕਦੀ ਜਾਂ ਇਹ ਕਾਨੂੰਨ ਬਣ ਗਏ ਨੇ ਤੇ ਇਹਦੇ 'ਚ ਸੋਧ ਦੀ ਪ੍ਰਕਿਰਿਆ ਨਹੀਂ ਹੋ ਸਕਦੀ, ਸਾਰੇ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ ਕਿਉਂਕਿ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜਾ ਇੱਕ ਕਾਨੂੰਨ ਹੈ ਉਹ ਅਮੈਂਡਮੈਂਟ ਐਕਟ ਹੈ। ਸੋ ਇਹਦੇ 'ਚ ਸੋਧ ਹੋ ਸਕਦੀ ਹੈ ਬਿਲਕੁਲ। ਸਰ, ਇਹਦਾ ਜ਼ਰੀਆ ਕੀ ਹੋ ਸਕਦਾ, ਤਰੀਕਾ ਕੀ ਹੋ ਸਕਦਾ ਹੈ? ਜਾਂ ਇੱਕੋ ਇੱਕ ਹੱਲ ਹੈ ਕਿ ਇਸ ਤਰ੍ਹਾਂ ਦੇ ਧਰਨੇ ਹੋਣ, ਪ੍ਰਦਰਸ਼ਨ ਹੋਣ, ਇਹੋ ਹੀ ਹੱਲ ਹੈ? ਜਾਂ ਕੋਈ ਪੋਲੀਟੀਕਲ ਲੈਵਲ ਤੇ ਕਿਸ ਤਰੀਕੇ ਦਾ ਹੱਲ ਹੋਵੇ ਕਿ ਕਿਸਾਨ ਦਾ ਇਹ ਮਸਲਾ ਜਲਦੀ ਹੱਲ ਹੋ ਸਕੇ? ਵੇਖੋ, ਜਿਹੜੇ ਇਸ ਤਰ੍ਹਾਂ ਦੇ ਧਰਨੇ ਤੇ ਰੋਸ ਪ੍ਰਦਰਸ਼ਨ ਹੁੰਦੇ ਨੇ ਇਹ ਸਟੇਟ ਦੇ ਉੱਪਰ ਇੱਕ ਸਿਰਫ ਦਬਾਅ ਪੈਦਾ ਕਰਨ ਦੇ ਵਾਸਤੇ ਹੁੰਦੇ ਨੇ। ਆ ਜਾ ਕੇ ਜਦੋਂ ਜਿਹੜੀ ਗੱਲ ਖਤਮ ਹੁੰਦੀ ਹੈ ਉਹ ਟੇਬਲ ਟਾਕ ਦੇ ਉੱਪਰ ਹੀ ਜਾਣਾ ਪੈਂਦਾ ਸਾਨੂੰ। ਉਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਲੀਗਲ ਗਰਾਊਂਡਸ ਆ ਉਹ ਕੀ ਹੋਣ ਤੇ ਜਿਹੜੀਆਂ ਸਾਡੀਆਂ ਆ ਜਥੇਬੰਦੀਆਂ ਜਾਂ ਜਿਹੜੇ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਆਗੂ ਨੇ ਇਹਨਾਂ ਨੂੰ ਸਮੁੱਚੇ ਤੌਰ ਦੇ ਉੱਪਰ ਇਹਨਾਂ ਕਾਨੂੰਨਾਂ ਦੀ ਔਰ ਇਹਨਾਂ 'ਚ ਸੋਧਾਂ ਦੀ ਤੇ ਸੋਧਾਂ ਕਰਾਉਣ ਦੀ ਜਿਹੜੀ ਵਿਧੀ ਹੈ ਉਹਦੀ ਸਾਰੀ ਜਾਣਕਾਰੀ ਹੋਵੇ। ਸੋ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਤਿੰਨੇ ਹੀ ਕਾਨੂੰਨ ਨੇ ਸਭ ਤੋਂ ਪਹਿਲਾਂ ਤੇ ਲੋਕਾਂ ਦੇ 'ਚ ਉਸ ਜਾਗਰੂਕਤਾ ਨੂੰ ਲੈ ਕੇ ਆਉਣਾ ਕਿ ਜੇ ਅਸੀਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਹਾਂ ਨੁਕਸਾਨ ਕੀ ਹੋਵੇਗਾ, ਜੇਕਰ ਅਸੀਂ ਅਮੈਂਡਮੈਂਟ ਐਕਟ 1955 ਦੀ ਸੋਧ ਦੀ ਗੱਲ ਕਰਦੇ ਹਾਂ ਨੁਕਸਾਨ ਕੀ ਹੋਵੇਗਾ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਹ ਜਿਹੜਾ ਸਾਰਾ ਤੁਹਾਡਾ ਸੰਘਰਸ਼ ਹੈ ਇਹਨੂੰ ਕਿਸਾਨੀ ਦੇ ਉੱਪਰ ਕੇਂਦਰਿਤ ਨਾ ਕਰੀਏ ਕਿਉਂਕਿ ਇਹ ਕਿਸਾਨੀ ਦੇ ਉੱਪਰ ਕੇਂਦਰਿਤ ਨਹੀਂ ਹੈ। ਕਿਸਾਨੀ ਦੇ ਨਾਲ ਖੇਤ ਮਜ਼ਦੂਰ ਜੁੜਿਆ ਹੈ, ਪੱਲੇਦਾਰ ਜੁੜਿਆ ਹੈ, ਕਿਰਤੀ ਜੁੜਿਆ ਹੈ ਤੇ ਮੱਧ ਵਰਗੀ ਦੁਕਾਨਦਾਰ ਵੀ ਇਹਦੇ ਨਾਲ ਜੁੜਿਆ ਹੈ। ਜਦੋਂ ਕੰਟਰੈਕਟ ਫਾਰਮਿੰਗ ਦੀ ਗੱਲ ਆਵੇਗੀ ਤਾਂ ਓਬਵੀਅਸਲੀ ਸਭ ਤੋਂ ਪਹਿਲਾਂ ਤੇ ਪਿੰਡਾਂ ਦੇ ਵਿੱਚ ਛੋਟਾ ਕਿਸਾਨ ਖਤਮ ਹੋਵੇਗਾ ਜਿਹੜਾ ਭੌਂ ਰਹਿਤ ਆ, ਜ਼ਮੀਨ ਤੋਂ ਰਹਿਤ ਆ, ਪਰ ਉਹ 5-6 ਏਕੜ ਠੇਕੇ ਤੇ ਲੈ ਕੇ ਜਿਹੜਾ ਖੇਤੀ ਕਰਦਾ ਹੈ। ਕੰਟਰੈਕਟ ਫਾਰਮਿੰਗ ਦੀ ਬਿੱਲ ਦੇ ਵਿੱਚ ਉਹ ਖਤਮ ਹੋਵੇਗਾ। ਵੱਡੀਆਂ ਜਿਹੜੀਆਂ ਤੁਹਾਡੇ ਕਾਰਪੋਰੇਟ ਸੈਕਸ਼ਨ ਨੇ ਜਦੋਂ ਉਹ ਉਸ ਖਰੀਦ ਦੇ ਵਿੱਚ ਆਉਣਗੇ ਤੇ ਉਹ ਉਸ ਕੰਟਰੈਕਟ ਫਾਰਮਰ ਦੇ ਵਿੱਚ ਕੀ ਕਰਨਗੇ ਕਿ ਉਹ ਤੁਹਾਡੀ ਫਸਲ ਨੂੰ ਖਰੀਦਣਗੇ। ਜਦੋਂ ਸਿੱਧੇ ਉਹਨਾਂ ਦੇ ਸੀਲਰਸ ਦੇ ਵਿੱਚ ਜਾਵੇਗੀ ਤਾਂ ਉਹਦੇ ਵਿੱਚ ਪੱਲੇਦਾਰੀ ਸਿਸਟਮ, ਤੁਹਾਡਾ ਆੜਤੀ ਸਿਸਟਮ ਉਹ ਸਾਰਾ ਖਤਮ ਹੋਵੇਗਾ। ਉਹਦੇ ਤੋਂ ਬਾਅਦ ਜਿਹੜਾ ਦੁਕਾਨਦਾਰੀ ਹੈ ਜਿਹਨੂੰ ਤੁਸੀਂ ਫਿਰ ਅੱਗੇ ਜਾ ਕੇ ਲਿਕੁਇਡ ਮਨੀ ਦੀ ਜਿਹੜੀ ਗੇਮ ਹੈ ਜਦੋਂ ਤੁਸੀਂ ਉਹ ਵੇਖੋਗੇ ਤੇ ਉਹਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਤੁਹਾਡੇ ਨਾਲ ਐਗਰੀਮੈਂਟ ਇਹ ਹੋਵੇਗਾ ਕਿ ਤੁਸੀਂ ਇਸ ਗ੍ਰੇਡ ਦੀ ਉਹਨਾਂ ਨੂੰ ਪ੍ਰੋਡਕਸ਼ਨ ਦਿਓਗੇ ਤੇ ਉਹ ਤੁਹਾਨੂੰ ਆਪਣੇ ਇਲੈਕਟ੍ਰੋਨਿਕ ਕਾਰਡ ਖਰੀਦਣਗੇ ਕਿ ਤੁਸੀਂ ਉਹਨਾਂ ਦੇ ਸਟੋਰਾਂ ਦੇ ਵਿੱਚੋਂ ਕਾਰਡ ਦੇ ਉੱਪਰ ਸਭ ਕੁਝ ਕਰੋਗੇ। ਇਹਦੇ ਨਾਲ ਜਿਹੜਾ ਛੋਟਾ ਮੱਧ ਵਰਗੀ ਦੁਕਾਨਦਾਰ ਆ ਉਹ ਵੀ ਖਤਮ ਹੋਵੇਗਾ। ਸੋ ਇਹ ਸਮੁੱਚੇ ਪੰਜਾਬ ਦੀ ਸਮੱਸਿਆ ਹੈ, ਸਾਰੇ ਪੰਜਾਬ ਦੀ ਆਰਥਿਕ ਨਾਲ ਜੁੜੀ ਆ। ਅਜੇ ਸਾਨੂੰ ਇਹਦਾ ਨੁਕਸਾਨ ਇਸ ਕਰਕੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਅਜੇ ਲੱਗਦਾ ਹੈ ਕਿ MSP ਜਿਹੜੀ ਆ ਉਹ ਖਤਮ ਨਹੀਂ ਹੋਈ, ਜਦੋਂ ਕਿ ਬਹੁਤੇ ਵੀਰਾਂ ਨੂੰ ਇਹ ਨਹੀਂ ਪਤਾ ਕਿ MSP ਕਾਨੂੰਨ ਨਹੀਂ ਹੈ, ਉਹ ਇੱਕ ਸਕੀਮ ਹੈ। ਔਰ ਅਕਤੂਬਰ 1973 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਪਾਲਿਸੀ ਪ੍ਰੋਗਰਾਮ ਸੀ ਉਹਦੇ 'ਚ ਮੰਗ ਕੀਤੀ ਗਈ ਸੀ ਕਿ MSP ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹਨੂੰ ਕਾਨੂੰਨ ਦੇ ਰੂਪ 'ਚ ਸਾਰੇ ਸਟੇਟਾਂ 'ਚ ਲਾਗੂ ਕੀਤਾ ਜਾਵੇ। ਮੰਨ ਲਓ ਕਣਕ ਆ, ਕਣਕ ਦੀ ਜੇ ਤੁਸੀਂ ਮੰਨ ਲਓ, ਮੈਂ ਇੱਕ ਉਦਾਹਰਨ ਦੇਣ ਲੱਗਾ, 1000 ਰੁਪਈਆ MSP ਹੈ ਮਿਨੀਮਮ ਸਪੋਰਟ ਪ੍ਰਾਈਸ। ਤੁਹਾਡਾ ਦਾਣਾ ਅਨਾਜ ਦਾ ਚੰਗਾ ਹੈ ਤੇ ਭਾਵੇਂ 2000 ਦਾ ਵਿਕ ਜਾਵੇ ਪਰ 1000 ਤੋਂ ਥੱਲੇ ਨਹੀਂ ਵੇਚ ਸਕਦਾ, ਹੈ ਨਾ। ਇਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਇਵੇਂ ਹੋਇਆ ਕਿ ਮੱਕੀ ਦੀ ਉੱਪਰ ਜਿਹੜੀ ਸਰਕਾਰ ਨੇ ਲਾਗਤ ਕੀਮਤ ਤੈਅ ਕੀਤੀ ਉਹ ਸੀ 1215 ਰੁਪਈਏ ਤੇ ਜਿਹੜਾ ਸਮਰਥਨ ਮੁੱਲ ਦਿੱਤਾ ਉਹ 1855। ਜਦੋਂ ਹੁਣ ਉੱਥੇ ਜਿਹੜੀਆਂ ਕਾਰਪੋਰੇਟ, ਕਿਉਂਕਿ ਉੱਥੇ MSP ਨਹੀਂ ਸੀ ਹੈਗਾ, ਅਨਾਉਂਸ ਕਰ ਦਿੱਤਾ ਗਿਆ ਸਕੀਮ ਦੇ ਤੌਰ ਤੇ, ਕਾਨੂੰਨ ਨਹੀਂ ਸੀ ਹੈਗਾ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਉਹਨਾਂ ਨੇ ਸੋਚਿਆ ਕਿ ਅਮਰੀਕਾ ਦੇ ਵਿੱਚੋਂ ਸਾਨੂੰ ਮੱਕੀ $145 ਦੀ 1 ਟਨ ਪੈਂਦੀ ਹੈ, ਇੱਥੋਂ ਦੇ ਹਿਸਾਬ ਨਾਲ ਕੀਮਤ ਬਣੀ 800 ਤੋਂ 900 ਰੁਪਈਆ ਪਰ ਕੁਇੰਟਲ। ਉਹਨਾਂ ਨੇ 5000 ਮੈਟ੍ਰਿਕ ਟਨ ਦੀ ਪਰਮਿਸ਼ਨ ਲਈ ਤੇ ਉੱਥੋਂ ਮੱਕੀ ਲੈਣ ਦੀ, ਤੇ ਕਿਸਾਨ ਨੇ 1200 ਲਾ ਕੇ ਬੀਜੀ 800 ਦੇ ਵਿੱਚ ਵੇਚੀ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਇਨ ਦਾ ਲੌਂਗ ਰਨ ਬਹੁਤ ਜ਼ਿਆਦਾ ਨੁਕਸਾਨ ਹੋਣਗੇ, ਅੱਜ ਸਾਨੂੰ ਨਜ਼ਰ ਨਹੀਂ ਆ ਰਹੇ।
ਸਰ ਐਮਐਸਪੀ ਦੀ ਗੱਲ ਹੋਈ ਹੈ, ਬੇਸ਼ੱਕ ਜਿਹੜੀ ਕੇਂਦਰ ਸਰਕਾਰ ਹੈ ਉਹ ਕਹਿੰਦੀ ਕਿ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ, ਅਸੀਂ ਮੰਡੀ ਖੁੱਲੀ ਕਰਤੀ। ਉਹ ਕਿਸ ਬਿਹਾਫ ਤੇ ਕਹਿ ਰਿਹਾ ਕਿ ਇਹਦਾ ਫਾਇਦਾ ਹੋਊਗਾ, ਸਿੱਧੇ ਤੌਰ ਤੇ ਸਮਝ ਆਉਂਦੀ ਹੈ ਜਿਸ ਤਰੀਕੇ ਤੁਸੀਂ ਸਮਝਾਇਆ ਕਿ ਐਮਐਸਪੀ ਇੱਕ ਸਕੀਮ ਹੈ, ਇਹਨੂੰ 6 ਮਹੀਨੇ ਬਾਅਦ ਵੀ ਖਤਮ ਕਰ ਸਕਦੇ ਆ, ਅੱਜ ਵੀ ਕਰ ਸਕਦੇ ਆ, ਹੋ ਸਕਦਾ 2 ਸਾਲ ਤੱਕ ਦਿੰਦੇ ਵੀ ਰਹਿਣ। ਫਿਰ ਕੇਂਦਰ ਸਰਕਾਰ ਕਿਉਂ ਇਸ ਚੀਜ਼ ਤੇ ਫੋਰਸ ਕਰ ਰਹੀ ਹੈ, ਸਟ੍ਰੈਸ ਦੇ ਰਹੀ ਹੈ ਕਿ ਨਹੀਂ ਇਹ ਤਾਂ ਕਿਸਾਨ ਦੇ ਹੱਕ 'ਚ ਹੀ ਹੈ? ਕਿਸਾਨ ਦੀ ਉਪਜ ਨੂੰ ਖਰੀਦ ਦੇ ਬਾਰੇ ਕੇਵਲ ਹਿੰਦੁਸਤਾਨ ਦੇ ਵਿੱਚ 7000 ਮੰਡੀਆਂ ਸੀ, ਜਦੋਂ ਕਿ 42000 ਮੰਡੀਆਂ ਦੀ ਲੋੜ ਸੀ। ਅਜੇ ਤੱਕ ਜਿੰਨੀਆਂ ਮੰਡੀਆਂ ਦੀ ਲੋੜ ਸੀ ਉਹ ਤਾਂ ਮੰਡੀਆਂ ਬਣ ਨਹੀਂ ਸਕੀਆਂ, ਤੇ ਹੁਣ ਅਸੀਂ ਕਹਿੰਦੇ ਕਿ ਅਸੀਂ ਮੰਡੀ ਖੁੱਲੀ ਕਰ ਦਿੱਤੀ ਹੈ। ਮੰਡੀ ਖੁੱਲੀ ਕਰਨ ਦਾ ਜਿਹੜਾ ਫਾਇਦਾ ਵਾ ਉਹ ਵੱਡੇ ਸਨਅਤੀ ਘਰਾਣਿਆਂ ਨੂੰ ਹੋਵੇਗਾ। ਜਿਸ ਕਿਸਾਨ ਦੀ ਜਿਣਸ ਜਿਹੜੀ ਹੈ ਉਹ ਇੱਕ ਜਿਣਸ ਨੂੰ ਬੀਜਣ ਦੇ ਵਾਸਤੇ ਕਰਜ਼ਾ ਚੁੱਕਦਾ ਹੈ ਤੇ ਉਹਦੇ ਤੋਂ ਬਾਅਦ ਉਹਦੀ ਉਪਜ ਤੋਂ ਕਰਜ਼ਾ ਲਾ ਕੇ ਦੂਜੀ ਬੀਜਣ ਨੂੰ ਫਿਰ ਕਰਜ਼ਾ ਚੁੱਕਿਆ ਹੁੰਦਾ, ਜਿਹੜਾ ਕਿ 85% ਪੰਜਾਬ ਦਾ ਕਿਸਾਨ 5 ਏਕੜ ਤੋਂ ਥੱਲੇ ਵਾਲਾ ਕਿਸਾਨ ਹੈ। ਜਿਹੜਾ 5 ਏਕੜ ਤੋਂ ਥੱਲੇ ਵਾਲਾ ਕਿਸਾਨ ਹੈ ਉਹਨੂੰ ਖੁੱਲੇ ਮੰਡੀਕਰਨ ਦਾ ਕੀ ਫਾਇਦਾ ਹੋਵੇਗਾ? ਉਹ ਤਾਂ ਆਪਣੇ ਅਨਾਜ ਨੂੰ ਨਾ ਸਟੋਰ ਕਰ ਸਕਦਾ ਹੈ ਤੇ ਨਾ 6 ਮਹੀਨੇ ਵਾਸਤੇ ਰੋਕ ਸਕਦਾ ਹੈ, ਕਿਉਂਕਿ ਉਹਦੀਆਂ ਰੋਜ਼ ਦੀਆਂ ਲੋੜਾਂ। ਹੁਣ ਇਹਦਾ ਫਾਇਦਾ ਕੌਣ ਲਵੇਗਾ? ਸਪੋਜ਼ ਤੁਸੀਂ ਕਹਿ ਦਿੱਤਾ ਕਿ ਅਸੀਂ ਮਿਨੀਮਮ ਸਪੋਰਟ ਪੰਜਾਬ 'ਚ ਸਕੀਮ ਜਾਰੀ ਰੱਖਾਂਗੇ। ਤੁਹਾਡੇ ਸਾਹਮਣੇ ਹਰਿਆਣਾ ਜਿਹੜਾ ਮਾਫ ਕਰਨਾ ਰਾਜਸਥਾਨ ਨਾਨ ਐਮਐਸਪੀ ਸਟੇਟ ਆ, ਜਿਹੜਾ ਵੱਡਾ ਵਪਾਰੀ ਆ ਉਹਨੂੰ ਗੰਗਾ ਨਗਰ ਤੋਂ ਖਰੀਦ ਕੇ ਅਬੋਹਰ ਦੇ ਵਿੱਚ ਵੇਚਣ 'ਚ ਕਿੰਨੀ ਕੁ ਤੰਗੀ ਹੈ, ਪਰ ਆਮ ਕਿਸਾਨ ਨਹੀਂ ਇਹ ਕਰ ਸਕੇਗਾ। ਉਹਦੇ ਕੋਲ ਨਾ ਆਵਾਜਾਈ ਦੇ ਸਾਧਨ, ਨਾ ਉਹਦੇ ਕੋਲ ਵੱਡੇ ਗੋਦਾਮ ਨੇ। ਸੋ ਇਹਦੇ 'ਚ ਵੀ ਵੱਡੇ ਸਨਅਤਕਾਰ ਘਰਾਣਿਆਂ ਨੂੰ ਹੀ ਫਾਇਦਾ ਹੋਵੇਗਾ। ਤੁਸੀਂ ਤੁਹਾਡੇ ਸਾਹਮਣੇ ਉਦਾਹਰਨ ਹੈ, ਤੁਸੀਂ ਮੰਡੀ ਦੇ ਸਾਹਮਣੇ ਜਾ ਕੇ ਆਲੂ ਤੇ ਟਮਾਟਰ ਸੜਕਾਂ ਤੇ ਸੁੱਟ ਆਉਂਦੇ ਹੋ, ਪਰ ਅਜੇ ਤੱਕ ਕਦੀ ਟਮਾਟੋ ਸੌਸ ਤੇ ਟਮਾਟੋ ਪਿਊਰੂ ਸਸਤੀ ਹੋਈ ਹੈ? ਕਦੀ ਆਲੂਆਂ ਦੇ ਚਿਪਸ ਸਸਤੇ ਹੋਏ ਨੇ? ਕਦੀ ਰੇਹੜੀ ਦੀ ਟਿੱਕੀ ਸਸਤੀ ਹੋਈ ਹੈ? ਕਿਉਂਕਿ ਉਹ ਜਰਾਇਤੀ ਖੇਤਰ ਦੀ ਉਪਜ ਹੈ, ਜਰਾਇਤ ਨਹੀਂ ਹੈ। ਜਿੱਦਣ ਕਿਸਾਨ ਇਹ ਸਮਝੇਗਾ ਨਾ ਕਿ ਉਹਦੀ ਉਪਜ ਨੂੰ ਖਰੀਦ ਕੇ ਵੇਚਿਆ ਕਿਸ ਮੁੱਲ ਤੇ ਜਾਂਦਾ ਹੈ, ਉਦੋਂ ਸਾਨੂੰ ਪਤਾ ਲੱਗਣਾ ਹੈ ਕਿ ਦੁਨੀਆ ਦੇ ਵਿੱਚ ਦੂਜੇ ਨੰਬਰ ਦੀ ਸਭ ਤੋਂ ਵੱਡੀ ਇੰਡਸਟਰੀ ਜਿਹੜੀ ਹੈ ਉਹ ਐਗਰੀਕਲਚਰ ਫਾਰਮਿੰਗ ਦੀ ਉਪਜ ਹੈ, ਪਰ ਸਭ ਤੋਂ ਵੱਧ ਮੁਨਾਫਾ ਲਿਆ ਜਾ ਰਿਹਾ ਉਹਦੇ ਵਿੱਚੋਂ, ਤੇ ਜਿਹੜਾ ਘਾਟਾ ਪੈ ਰਿਹਾ ਜਿਹੜਾ ਪੈਦਾਵਾਰ ਕਰਨ ਵਾਲਾ। ਸੋ ਇਹਦੀ ਜਿਹੜੀ ਜਦੋਂ ਕਹਿੰਦੇ ਕਿ ਖੁੱਲਾ ਮੰਡੀਕਰਨ ਅਸੀਂ ਕਰ ਦਿੱਤਾ ਹੈ, ਉਹਦੇ ਵਿੱਚ ਵੱਡੇ ਘਰਾਣੇ ਜਿਹੜੇ ਨੇ ਉਹ ਤੇ ਫਾਇਦਾ ਲਾ ਸਕਦੇ ਨੇ, ਆਮ ਕਿਸਾਨ ਨੇ। ਕੇਂਦਰ ਸਰਕਾਰ ਨੇ ਆਪਣਾ ਫੈਸਲਾ ਲੈ ਲਿਆ, ਬਜੇਦਾ ਆਪਣੇ ਫੈਸਲੇ ਤੇ ਹਾਲੇ ਵੀ ਸਟੈਂਡ ਕਰਦੀ ਹੈ, ਬਿੱਲ ਨੂੰ ਕਾਨੂੰਨ ਦੀ ਤਾਂ ਉਹਨੇ ਸ਼ਕਲ ਵੀ ਦੇਤੀ। ਕੀ ਪੰਜਾਬ ਸਰਕਾਰ ਤੋਂ ਕੋਈ ਉਮੀਦ ਹੈ? ਪੰਜਾਬ ਸਰਕਾਰ ਦੇ ਵੱਲੋਂ ਇੱਕ ਐਲਾਨ ਆਉਂਦਾ ਹੈ, ਇੱਕ ਫੈਸਲਾ ਆਉਂਦਾ ਹੈ ਕਿ ਅਸੀਂ ਸਰਕਾਰੀ ਮੰਡੀ ਐਲਾਨ ਦਿਆਂਗੇ ਪੰਜਾਬ ਨੂੰ, ਜਿਹਦੇ ਨਾਲ ਕਿਸਾਨ ਨੂੰ ਕੁਛ ਨਾ ਕੁਛ ਫਰਕ ਜ਼ਰੂਰ ਪਊਗਾ। ਤੁਹਾਡੇ ਨਜ਼ਰੀਏ ਮੁਤਾਬਕ ਕੋਈ ਫਾਇਦਾ ਹੋ ਸਕਦਾ ਹੈ? ਇੱਕ ਥੋੜੇ ਸਮੇਂ ਵਾਸਤੇ ਫਾਇਦਾ ਹੋ ਸਕਦਾ ਹੈ, ਰਾਜਨੀਤਿਕ ਤੌਰ ਦੇ ਉੱਪਰ ਲੋਕਾਂ ਨੂੰ ਕੁਝ ਸਮੇਂ ਵਾਸਤੇ ਉਲਝਾਇਆ ਜਾ ਸਕਦਾ ਹੈ, ਪਰ ਇਨ ਦਾ ਲੌਂਗ ਟਰਮ ਇੱਕ ਸਰਕਾਰ ਤਾਂ ਹਮੇਸ਼ਾ ਰਹਿਣੀ ਨਹੀਂ ਹੈ। ਸੋ ਅੱਜ ਜੇ ਕਾਂਗਰਸ ਜਿਹੜੀ ਹੈ, ਜਿਸ ਤਰ੍ਹਾਂ ਹੁਣ ਪਿਛਲੇ ਸਮੇਂ ਦੀ ਟਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਐਸਵਾਈ ਵੈਲ ਦੇ ਪਾਣੀ ਦੇ ਮੁੱਦਿਆਂ ਦੇ ਉੱਪਰ ਰੋਕ ਲਗਾ ਦਿੱਤੀ ਸੀ, ਪਰ ਜ਼ਰੂਰੀ ਨਹੀਂ ਹੈ ਕਿ ਅਗਲੀ ਸਰਕਾਰ ਆਵੇ ਤਾਂ ਉਸ ਰੋਕ ਨੂੰ ਜਾਰੀ ਰੱਖ ਸਕੇ। ਸੋ ਅੱਜ ਦੇ ਸਮੇਂ ਦੇ ਵਿੱਚ ਇਸ ਲੋਕ ਇਕੱਠ ਦੇ ਵਿੱਚੋਂ ਵੋਟਾਂ ਨੂੰ ਕੈਸ਼ ਕਰਨ ਦੇ ਵਾਸਤੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਪਾਲਿਸੀ ਵਧੀਆ ਹੈ, ਪਰ ਇਨ ਦਾ ਲੌਂਗ ਟਰਮ ਕਿਹੜੀ ਸਰਕਾਰ ਆਉਣੀ ਹੈ ਤੇ ਹਾਲਾਤ ਕਿੱਧਰ ਨੂੰ ਜਾਣੇ ਨੇ, ਇਹ ਤਾਂ ਕਿਸੇ ਦੇ ਹੱਥ ਵਿੱਚ ਨਹੀਂ ਹੈਗੇ। ਸੋ ਇਸ ਕਰਕੇ ਜਿੰਨਾ ਚਿਰ ਤੱਕ ਸਮੁੱਚੇ ਤੌਰ ਤੇ ਇਹਨਾਂ ਕਾਨੂੰਨਾਂ ਦੇ ਉੱਪਰ ਸਾਰੀਆਂ ਰਾਜਨੀਤਿਕ ਧਿਰਾਂ ਆਪਣੇ ਨਿੱਜੀ ਮਵਾਦਾਂ ਨੂੰ ਛੱਡ ਕੇ ਇਕੱਠੀਆਂ ਨਹੀਂ ਹੁੰਦੀਆਂ, ਉਹਨਾਂ ਚਿਰ ਤੱਕ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੀ ਜਿਹੜੀ ਆਰਥਿਕ ਤੌਰ ਤੇ ਰੀੜ੍ਹ ਦੀ ਹੱਡੀ ਉਹ ਤੋੜੀ ਜਾ ਰਹੀ ਹੈ। ਸਰ ਤੁਹਾਡੀ ਇੱਕ ਜ਼ਰੂਰ ਮੈਂ ਰਾਏ ਜਾਣਨੀ ਚਾਹੂੰਗਾ ਕਿ ਜਿਸ ਤਰੀਕੇ ਪੰਜਾਬ ਦੇ ਵਿੱਚ ਵੱਡੇ ਸੰਘਰਸ਼ ਹੋ ਰਹੇ ਆ, ਹਾਲਾਂਕਿ 31-32 ਕਿਸਾਨੀ ਜਥੇਬੰਦੀਆਂ ਜਿਹੜੀਆਂ ਅੱਜ ਇੱਕ ਪਲੇਟਫਾਰਮ ਤੇ ਜ਼ਰੂਰ ਇਕੱਠੀਆਂ ਹੋ ਗਈਆਂ, ਕਲਾਕਾਰ ਵੀਰ ਆਪਣੇ ਸਾਹਮਣੇ ਨੇ, ਉਹ ਇੱਕ ਪਲੇਟਫਾਰਮ ਤੇ ਆ ਗਏ ਆ। ਤੁਹਾਨੂੰ ਨਹੀਂ ਲੱਗਦਾ ਕਿ ਇਕੱਠੇ ਹੋ ਕੇ ਲੜਿਆ ਜਾਵੇ ਤਾਂ ਇਹ ਜਿਹੜਾ ਸਟ੍ਰੈਸ ਆ, ਤੁਸੀਂ ਕਿਹਾ ਕਿ ਇੱਕ ਦਬਾਅ ਵਧਾਉਣ ਦੀ ਇੱਕ ਪ੍ਰਕਿਰਿਆ ਹੈਗੀ ਆ ਧਰਨੇ ਪ੍ਰਦਰਸ਼ਨ, ਤੁਹਾਨੂੰ ਨਹੀਂ ਲੱਗਦਾ ਪ੍ਰਦਰਸ਼ਨ ਕਰਕੇ ਹੋਰ ਇਸ ਤੋਂ ਵੱਡਾ ਫਾਇਦਾ ਲਿਆ ਜਾ ਸਕਦਾ? ਬਿਲਕੁਲ ਲਿਆ ਜਾ ਸਕਦਾ ਹੈ। ਐਕਚੁਅਲੀ ਜਿਹੜਾ ਤੁਸੀਂ ਵੇਖਦੇ ਹੋ ਕਿ ਅੱਜ ਇਹਨਾਂ ਨੌਜਵਾਨ ਗਾਇਕਾਂ ਜਾਂ ਅਦਾਕਾਰਾਂ ਦੇ ਸਾਹਮਣੇ ਜਿਹੜਾ ਇਕੱਠ ਹੈ ਨਾ, ਉਸ ਇਕੱਠ ਦਾ ਇੱਕ ਕਾਰਨ ਹੈ ਕਿ ਕਿਤੇ ਨਾ ਕਿਤੇ ਉਹ ਰਾਜਨੀਤਿਕ ਲੀਡਰਾਂ ਦੇ ਲਾਰਿਆਂ ਤੋਂ ਨਿਰਾਸ਼ਤਾ ਜਾ ਚੁੱਕਾ ਹੈ। ਇਸ ਕਰਕੇ ਇਹਨੇ ਸੋਚਿਆ ਕਿ ਨਹੀਂ ਮੈਂ ਰਾਜਨੀਤੀ, ਪਰ ਇੱਕ ਫੈਨ ਫੋਲੋਇੰਗ ਵਰਡ ਹੈ ਇਹਦੇ ਵਿੱਚ, ਫੈਨ ਫੋਲੋਇੰਗ ਦੀ ਗੱਲ ਹੁੰਦੀ ਹੈ ਕਿ ਹਰ ਗਾਇਕ ਦੀ, ਹਰ ਅਦਾਕਾਰ ਦੀ ਆਪਣੀ ਇੱਕ ਫੈਨ ਫੋਲੋਇੰਗ ਹੈ, ਪਰ ਇਸ ਨੂੰ ਅਸੀਂ ਤਾਂ ਸੰਘਰਸ਼ ਦੇ ਰਾਹ ਤੋਰ ਸਕਦੇ ਹਾਂ, ਇੱਕ ਵਧੀਆ ਐਜੀਟੇਸ਼ਨ ਖੜੀ ਕਰ ਸਕਦੇ ਹਾਂ ਜੇ ਇਹੀ ਗਾਇਕ ਵੀਰ ਆਪਣਾ ਵਧੀਆ ਪਲੇਟਫਾਰਮ ਬਣਾਉਣ। ਇਹ ਚੰਗੇ ਜਿਹੜੇ ਰਾਜਨੀਤਿਕ ਆਗੂ ਨੇ ਇਮਾਨਦਾਰ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਕਿ 10 ਮੈਂਬਰੀ ਕਮੇਟੀ ਬਣਾਉਣ, ਜਿਹਦੇ ਵਿੱਚ 5 ਚੰਗੇ ਟੌਪ ਦੇ ਐਗਰੀਕਲਚਰਿਸਟ ਹੋਣ ਤੇ 5 ਇਕੋਨੋਮਿਸਟ ਹੋਣ, ਜਿਹੜੇ ਸਮੁੱਚੇ ਰੂਪ 'ਚ ਇਹਨਾਂ ਗੱਲਾਂ ਦੇ ਬਾਰੇ, ਇਹਨਾਂ ਮੱਦਾਂ ਦੇ ਉੱਪਰ ਚਰਚਾ ਕਰ ਸਕਣ। ਕਿਉਂਕਿ ਇਹ ਵੇਖੋ ਸੈਂਟਰ ਦੇ ਕੋਲ ਇੱਕ ਬੜਾ ਵੱਡਾ ਮੁੱਦਾ ਹੈ। ਅੱਜ ਪੰਜਾਬ ਤੇ ਹਰਿਆਣਾ ਜੇਕਰ ਲੜ ਰਿਹਾ ਐਮਐਸਪੀ ਦੇ ਉੱਪਰ, ਕੱਲ ਨੂੰ ਐਸਵਾਈਐਲ ਦਾ ਛੇੜ ਦੇਣਗੇ ਤੇ ਪੰਜਾਬ ਤੇ ਹਰਿਆਣਾ ਆਪਸ 'ਚ ਲੜਨੇ ਸ਼ੁਰੂ ਹੋ ਜਾਣਗੇ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ
ਬੜੇ ਲੰਬੇ ਰੂਪ 'ਚ ਵੇਖਣ ਦੀ ਲੋੜ ਹੈ ਕਿ ਰਿਪੇਰੀਅਨ ਲਾ ਕੀ ਹੈ, ਬੇਸਿਨ ਲਾ ਕੀ ਹੈ, ਐਂਟੀ ਬੇਸਿਨ ਲਾ ਕੀ ਹੈ, MSP ਕੀ ਹੈ, ਇਹ ਜਿਹੜੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਕੀ ਆ, ਇਹਨਾਂ ਸਾਰਿਆਂ ਨੂੰ ਸਮਝਣ ਕੇ ਫਿਰ ਕੋਈ ਪ੍ਰੋਗਰਾਮ ਦੇਣ ਦੀ ਲੋੜ ਹੈ। ਵੈਸੇ ਮੈਨੂੰ ਇਹ ਸਵਾਲ ਪਹਿਲਾਂ ਕਰਨਾ ਚਾਹੀਦਾ ਸੀ, ਸੌਖੇ ਜਿਹੇ ਤਰੀਕੇ ਨਾਲ ਆਪਾਂ ਆਪਣਾ ਕਿਸਾਨ ਬਹੁਤਾ ਪੜ੍ਹਿਆ ਲਿਖਿਆ ਨਹੀਂ ਆ, ਆਪਣਾ ਕਿਸਾਨ ਬਹੁਤੀ ਡੂੰਘੀ ਸੋਚ ਨਹੀਂ ਰੱਖਦਾ, ਉਹਨੂੰ ਪਤਾ ਹੈ ਕਿ ਮੈਂ ਕਿਰਤ ਕਰਨੀ ਆ, ਕਮਾਉਣੀ ਆ ਤੇ ਖਾਣੀ ਆ। ਸੌਖੇ ਤਰੀਕੇ ਦੇ ਨਾਲ ਆਹ 3 ਬਿੱਲ ਸਮਝਾਉਣੇ ਹੋਣ ਤਾਂ ਕਿਸ ਤਰੀਕੇ ਸਮਝਾਵਾਂ? ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਜੇ ਬਿੱਲ ਸਮਝਾਉਣੇ ਹੋਣ ਤਾਂ ਪਹਿਲਾ ਹੈਗਾ ਕਿ ਐਗਰੀਕਲਚਰ ਕਿਸਾਨਾਂ ਦਾ ਉਤਪਾਦ ਤੇ ਉਤਪਾਦਨ ਤੇ ਵਪਾਰ ਐਕਟ, ਉਹਦੇ ਵਿੱਚ ਹੈ ਕਿ ਤੁਸੀਂ ਖੁੱਲੀ ਮੰਡੀ 'ਚ ਜਿਹੜੀ ਆ ਆਪਣਾ ਵਪਾਰ ਕਰ ਸਕਦੇ ਹੋ, ਪਰ ਸਮੱਸਿਆ ਹੈ ਕਿ ਕਿਸਾਨ ਦੇ ਕੋਲ ਵਪਾਰ ਦੇ ਸਾਧਨ ਕਿੱਥੇ ਨੇ। ਵਪਾਰ ਦਾ ਮਿਸਾਲ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਡੀ ਕਾਰ ਖਰੀਦ ਸਕਦੇ ਹੋ, ਉਹਦੇ ਉੱਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ, ਪਰ ਸਮੱਸਿਆ ਤੇ ਹੈ ਵੀ ਕੀ ਖਰੀਦਣ ਵਾਲੇ ਬੰਦੇ ਕੋਲ ਆਡੀ ਕਾਰ ਖਰੀਦਣ ਦੇ ਪੈਸੇ ਹੈਗੇ ਆ। ਦੂਜੀ ਗੱਲ ਤੁਸੀਂ ਕਹਿ ਦਿੱਤੀ ਕਿ ਜਿੱਥੋਂ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਸਟੇਟ 'ਚ ਲੈ ਜਾਓ। ਮੈਂ ਉਦਾਹਰਨਾਂ ਦੇ ਕੇ ਤੁਹਾਨੂੰ ਦੱਸਦਾ, ਜਿਸ ਸਟੇਟ 'ਚੋਂ ਜਿਹੜੇ ਮਰਜ਼ੀ ਸਟੇਟ 'ਚ ਲੈ ਜਾਓ ਉਹਦੇ ਉੱਪਰ ਤੁਹਾਡੀ ਕੋਈ ਫੀਸ ਨਹੀਂ ਲੱਗੇਗੀ। ਇਹ ਵੀ ਇੰਝ ਹੀ ਕਹਿਣ ਵਾਲੀ ਗੱਲ ਹੈ ਵੀ ਤੁਸੀਂ ਇੱਕ ਕਾਰ ਖਰੀਦਣੀ ਹੈ, ਚਾਹੇ ਬੰਬੇ ਤੋਂ ਖਰੀਦ ਲਓ ਚਾਹੇ ਪੰਜਾਬ ਤੋਂ ਖਰੀਦ ਲਓ, ਤੁਹਾਨੂੰ ਬੰਬੇ ਤੋਂ ਪੰਜਾਬ 'ਚ ਲੈ ਕੇ ਆਉਣ ਤੇ ਕੋਈ ਰੋਡ ਟੈਕਸ ਨਹੀਂ ਲੱਗੇਗਾ, ਪਰ ਕੀ ਸਾਡੇ ਕੋਲ ਖਰੀਦਣ ਦੀ ਹੈ। ਦੂਜੀ ਗੱਲ ਹੈ ਕੰਟਰੈਕਟ ਫਾਰਮਿੰਗ ਦੇ ਵਿੱਚ ਮੈਂ ਤੁਹਾਨੂੰ ਤੀਜੀ ਉਦਾਹਰਨ ਦੇ ਦਿੰਦਾ ਕਿ ਤੁਸੀਂ ਕਣਕ ਪੈਦਾ ਕਰੋ, ਮੈਂ ਤੁਹਾਡੀ 1200 ਰੁਪਏ ਨੂੰ ਪਰ ਏਕੜ ਖਰੀਦੂੰਗਾ, ਪਰ ਕੁਇੰਟਲ ਖਰੀਦੂੰਗਾ, ਪਰ ਉਹਦੇ ਵਿੱਚ ਦਾਣੇ ਦੀ ਕੁਆਲਿਟੀ ਜਿਹੜੀ ਆ ਉਹ ਮੇਰੀ ਮੰਗ ਦੇ ਮੁਤਾਬਕ ਹੋਵੇਗੀ। ਇਹਦੇ ਵਾਸਤੇ ਮੈਂ ਤੁਹਾਨੂੰ ਉਦਾਹਰਨ ਦੇਵਾਂ ਕਿ ਮੈਂ ਤੁਹਾਡੇ ਨਾਲ ਕੰਟਰੈਕਟ ਫਾਰਮਿੰਗ ਕਰ ਲਈ ਕਿ ਤੁਸੀਂ ਮੈਨੂੰ 100 ਕਿੱਲਾ ਦੇ ਦਿਓ, ਮੈਂ 10 ਰੁਪਏ ਦੇ ਹਿਸਾਬ ਦੇ ਨਾਲ ਤੁਹਾਡਾ 100 ਕਿੱਲਾ 1000 ਰੁਪਏ 'ਚ ਖਰੀਦੂੰਗਾ, ਪਰ ਫੂਡ ਗ੍ਰੇਨ ਦੀ ਕੁਆਲਿਟੀ ਮੇਰਾ ਹੱਕ ਹੈ ਉਹਦੇ ਵਿੱਚ ਹੋਵੇਗਾ। ਫੂਡ ਗ੍ਰੇਨ ਦੀ ਕੁਆਲਿਟੀ ਦੇ ਵਿੱਚ ਮੈਂ ਤੁਹਾਡੇ ਕੋਲ 100 ਕਿੱਲਾ ਲਵਾਂਗਾ ਤੇ 50 ਕਿੱਲੇ ਸਾਈਡ ਤੇ ਰੱਖ ਦੂੰਗਾ ਕਿ ਇਹ ਜਿਹੜਾ ਕੁਆਲਿਟੀ ਦਾ ਮਿਆਰ ਆ ਇਹ ਮੇਰੇ ਵੇਚਣ ਦੇ ਮਿਆਰ ਦੇ ਕਾਬਿਲ ਨਹੀਂ ਹੈਗਾ, ਤੁਸੀਂ 50% ਤੇ ਆ ਜਾਓਗੇ। ਬਸ ਇਹ ਸੌਖਾ ਕੰਮ ਹੈ। ਜਾਨੀ ਕਿਤੇ ਨਾ ਕਿਤੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਕਹਿ ਲਓ ਕਿ ਚੱਕਰ ਪਾਇਆ ਜਾ ਰਿਹਾ ਜਿਹਦੇ ਵਿੱਚ ਕਿਸਾਨ ਨੂੰ ਉਲਝਾਉਣ ਦੀ ਕੋਸ਼ਿਸ਼ ਹੈ। ਸਰ, ਜਿਸ ਤਰੀਕੇ ਸੰਘਰਸ਼ ਚੱਲ ਰਹੇ ਆ, ਜਿਸ ਤਰੀਕੇ ਅੱਜ ਨੌਜਵਾਨ ਲਾਮਬੰਦ ਹੋ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਇਸ ਲੜਾਈ ਬਹੁਤ ਵੱਡੀ ਹੈ? ਇਹਨੂੰ ਜਿੱਤਣ ਦੇ ਵਾਸਤੇ ਤੁਹਾਡੇ ਮੁਤਾਬਕ ਹੋਰ ਕਿੰਨੇ ਕੁ ਕਦਮ ਉਠਾਉਣੇ ਪੈ ਸਕਦੇ ਆ? ਇਹ ਤਾਂ ਜੇ ਬਿਲਕੁਲ ਸ਼ੁਰੂਆਤ ਹੈ, ਅਜੇ ਤਾਂ ਤੁਹਾਡੇ ਕਿਸਾਨਾਂ ਦੇ ਬੱਚਿਆਂ ਨੂੰ ਦੱਸਣਾ ਪਵੇਗਾ ਕਿ ਇਹ ਤਿੰਨੇ ਜਿਹੜੇ ਕਾਨੂੰਨ ਹੈ ਕੀ ਆ, ਇਹਨਾਂ ਦੇ ਨਾਲ ਅਸੀਂ ਸਿੱਝਣਾ ਕਿਵੇਂ ਹੈ, ਜਾਂ ਅਗਲੇ ਸਮੇਂ ਦੇ 'ਚ ਅਸੀਂ ਸਹਿਕਾਰੀ ਫਾਰਮਿੰਗ ਦੀ ਗੱਲ ਕਰਨੀ, ਕੋਆਪਰੇਟਿਵ ਸੁਸਾਇਟੀ ਦੀ ਗੱਲ ਕਰਨੀ ਹੈ, ਤੇ ਕਿਸ ਤਰ੍ਹਾਂ ਦੇ ਨਾਲ ਅਸੀਂ ਕਲਸਟਰ ਬਣਾ ਕੇ ਆਪ ਜਿਹੜੀ ਆ ਉਹ ਖਰੀਦ ਜਾਂ ਵੇਚ ਦੀ ਗੱਲ ਕਰ ਸਕਦੇ ਹਾਂ, ਜਾਂ ਫਿਰ ਜੇ ਅਸੀਂ ਚੰਗੇ ਪ੍ਰੋਡਿਊਸ ਦੀ ਗੱਲ ਕਰਨੀ ਹੈ ਵੀ ਸਾਡਾ ਮਿਆਰ ਚੰਗਾ ਹੋਵੇ ਤਾਂ ਉਹਦੇ ਵਾਸਤੇ ਅਸੀਂ ਆਰਗੈਨਿਕ ਤੇ ਨੈਚੁਰਲ ਫਾਰਮਿੰਗ ਵਾਲੇ ਪਾਸੇ ਕਿਵੇਂ ਆਉਣਾ। ਸੋ ਇੱਕ ਬੜੀ ਲੰਬੀ ਪ੍ਰੋਸੈਸ ਹੈ ਜਿਹੜਾ ਸਾਰਾ ਕਿਸਾਨਾਂ ਨੂੰ ਦੱਸਣ ਦੀ ਲੋੜ ਹੈ। ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ। ਤਾਂ ਸਾਡੇ ਨਾਲ ਸੀ ਅੰਕਲ ਜੀ, ਕੁਝ ਕਹਿਣਾ ਚਾਹੁੰਦੇ? ਹਾਂਜੀ ਹਾਂ, ਮੈਂ ਗੱਲ ਕਰਨ ਚਾਹੁੰਦਾ ਜੋ ਸਰਾਜ ਕਹਿ ਰਹੇ ਸੀ, ਗੱਲ ਕਰਨ ਦੇ ਸੀ ਕਿ ਜਿਹੜੀ ਆ ਗੱਲ ਚੱਲ ਰਹੀ ਆ ਕਿ 25 ਤਰੀਕ ਧਰਨੇ ਜਿਹੜੇ ਬਹੁਤ ਮਤਲਬ ਪਪੂਲਰ ਹੋਏ ਸਾਡੇ ਪੰਜਾਬ ਦੇ ਵਿੱਚ, ਇਹ ਆਪਾਂ ਇਹਨੂੰ ਭੁੱਲ ਜਾਈਏ ਕਿ ਹੋਏ ਆ, ਇਹਨੂੰ ਸਮਝੀਏ ਕਿ ਸ਼ੁਰੂ ਹੋਣੇ ਆ ਕਿਉਂਕਿ ਜੇ ਰਾਸ਼ਟਰਪਤੀ ਸਾਈਨ ਨਾ ਕਰਦਾ ਸ਼ਾਇਦ ਉਹਦੀ ਕੋਈ ਆਸ ਹੁੰਦੀ ਜਲਦ ਹੀ ਕੰਮ ਕੋਈ ਸਾਡਾ ਕਲੋਜ਼ ਹੋ ਜਾਂਦਾ। ਹੁਣ ਉਹ ਕਲੋਜ਼ ਹੋਣ ਦੀ ਗੱਲ ਨਹੀਂ ਹੈਗੀ। ਹੁਣ ਸਭ ਤੋਂ ਇਹ ਮੰਨ ਲਓ ਕਿ ਹਰ ਨਿਤਨ ਚੜ੍ਹਦਾ ਜਿਹੜਾ ਉਹਨੂੰ ਕੋਈ ਸ਼ੁਰੂਆਤ, ਹਰ ਨਿਤਨ ਸੁਬਾਹ ਚੜ੍ਹਦਾ ਵਾ ਉਹਨੂੰ ਸ਼ੁਰੂਆਤ ਗਿਣੋ ਕਿ ਅੱਜ ਸ਼ੁਰੂਆਤ ਆ, ਸਾਡਾ 10 ਦਿਨ ਕੰਮ ਚੱਲੇਗਾ, ਖਤਮ ਹੋ ਗਿਆ ਗਾੜੀ ਫਿਰ ਸ਼ੁਰੂ ਕਰੋ। ਇਹ ਲੜਾਈ ਬਹੁਤ ਲੰਮੀ ਆ ਸਾਥੀ, ਇਹ ਲੜਾਈ ਨੂੰ ਲਗਾਤਾਰ ਹੀ ਪੰਜਾਬ ਦੇ ਵਿੱਚ, ਜੋ ਪੰਜਾਬ ਤੋਂ ਬਾਹਰ ਬਾਕੀ ਸੂਬੇ ਸਾਡੇ ਹਰਿਆਣਾ ਵਿੱਚ ਬਹੁਤ ਕਾਫੀ ਸਾਡੇ ਵਾਂਗੂ ਸਰਗਰਮ ਆ, ਉਹ ਬੜਾ ਹਰਿਆਣਾ ਵੀ ਠੀਕ ਆ, ਪਰ ਸਾਡਾ ਪੰਜਾਬੀ ਸੂਬਾ ਜਿਹੜਾ ਵਾ ਇੱਕ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਸੂਬਾ ਕਿ ਜਿਹੜਾ ਹਮੇਸ਼ਾ ਹੀ ਜਿੰਨੇ ਸਾਡਾ ਦੇਸ਼ ਦਾ ਇਤਿਹਾਸ ਆ, ਜਿੰਨੇ ਮੋਰਚੇ ਫਤਿਹ ਕੀਤੇ ਆ, ਦੇਸ਼ ਆਜ਼ਾਦ ਕਰਾਉਣ 'ਚ ਵੀ 80% ਜਿਹੜੀ ਸਾਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੀਆਂ ਪੰਜਾਬੀ ਸੂਬੇ ਨੂੰ ਯਾਦ ਕਰਾਉਣ ਵਾਸਤੇ ਜਿੰਨੀਆਂ ਕੁਰਬਾਨੀਆਂ ਕੀਤੀਆਂ, ਸਭ ਤੋਂ ਪਹਿਲਾਂ ਪੰਜਾਬੀ ਸੂਬਾ ਗਾੜੀ ਆ। ਤੇ ਮੈਨੂੰ ਆਸ ਹੈ ਕਿ ਸਾਡਾ ਅੱਜ ਵੀ ਪੰਜਾਬ ਤੋਂ ਸ਼ੁਰੂ ਹੋਇਆ ਵਾ ਔਰ ਪੰਜਾਬ ਹੀ ਫਤਿਹ ਕਰੇਗਾ। ਦਿੱਲੀ ਸਰਕਾਰ ਨੂੰ ਆਪਣਾ ਝੁਕਣਾ ਮਜਬੂਰ ਹੋ ਗਈ, ਪਰ ਜ਼ੋਰ ਲੱਗੇਗਾ। ਨਿਤ ਦਿਨ ਨਵਾਂ ਦਿਨ ਚੜ੍ਹੇਗਾ ਕਿ ਅੱਜ ਇਹ ਸ਼ੁਰੂਆਤ ਕਰ ਰਹੇ ਹਾਂ। ਇਹ ਸਾਡੀ ਬਹੁਤ ਧੰਨਵਾਦ। ਤਾਂ ਜੋਸ਼ ਤੇ ਜਜ਼ਬੇ ਦੇ ਨਾਲ ਲੋਕਾਂ ਦੇ ਵੱਲੋਂ ਆਪਣੀ ਗੱਲ ਰੱਖੀ ਜਾ ਰਹੀ ਹੈ। ਸਾਡੇ ਨਾਲ ਸੁਖਪ੍ਰੀਤ ਸਿੰਘ ਉਦੋਕੇ ਸੀ, ਜਿਨ੍ਹਾਂ ਨੇ ਬਰੀਫ ਦੇ ਵਿੱਚ ਸਮਝਾਇਆ, ਸੌਖੇ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਆਰਡੀਨੈਂਸ ਹੈ ਕੀ, ਇਹਨਾਂ ਆਰਡੀਨੈਂਸਾਂ ਨੂੰ ਅਮੈਂਡਮੈਂਟ ਕਰਨ ਦੇ ਲਈ, ਇਹਨਾਂ 'ਚ ਬਦਲਾਅ ਕਰਨ ਦੇ ਲਈ ਕਿਸ ਤਰੀਕੇ ਨਾਲ ਸਾਨੂੰ ਲੜਾਈ ਲੜਨੀ ਚਾਹੀਦੀ ਹੈ, ਇੱਦਾਂ ਦੇ ਧਰਨੇ ਹੋਣੇ ਚਾਹੀਦੇ ਹੈ, ਜ਼ਰੂਰੀ ਹੈ ਤਾਂ ਕਿ ਕੇਂਦਰ ਸਰਕਾਰ 'ਤੇ ਦਬਾਅ ਬਣਦਾ ਰਹੇ। ਪਰ ਜੋਸ਼ ਦੇ ਨਾਲ ਹੋਸ਼ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨਾਲ ਦੀ ਨਾਲ ਉਹਨਾਂ ਨੇ ਜ਼ਰੂਰ ਇੱਕ ਗੱਲ ਕਹੀ ਹੈ ਕਿ ਸਿਆਸੀ ਪਾਰਟੀਆਂ ਤੇ ਸਰਕਾਰਾਂ ਦੇ ਨਾਲ ਮਿਲ ਕੇ, ਜੇਕਰ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਹ ਲੜਾਈ ਲੜੀ ਜਾਵੇ, ਇੱਕ ਕਮੇਟੀ ਬਣਾਈ ਜਾਵੇ, ਤਾਂ ਲੜਾਈ ਜਿੱਤਣੀ ਹੋਰ ਵੀ ਸੁਖਾਲੀ ਹੋ ਸਕਦੀ ਹੈ। ਕੈਮਰਾ ਪਰਸਨ ਗੁਰਸਿਮਰਨ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ TV, ਬਟਾਲਾ।